हाँ जी, सत श्री अकाल पंजाब। सो ਆਪਾਂ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਜਿਹੜਾ ਪੰਜਾਬ ਲੈਕਚਰਰ ਕੈਡਰ ਆ ਰਿਹਾ ਹੈ ਜਿਹਦੀ ਬੁਕਿੰਗ ਚੱਲ ਰਹੀ ਆ ਹੁਣ ਹੈ ਨਾ, ਜਲਦੀ ਪੇਪਰ ਵੀ ਆ ਜਾਣਾ। ਉਹਦੇ ਵਿੱਚ ਜਿਹੜੀ ਆਰਗੈਨਿਕ ਕੈਮਿਸਟਰੀ ਦੇ ਵਿੱਚ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਹੁੰਦੀਆਂ ਨੇ SN1 ਐਂਡ SN2। ਉਹ ਰਿਐਕਸ਼ਨਸ ਕੀ ਨੇ, ਉਹ ਕਿਹੜੇ-ਕਿਹੜੇ ਕੰਪਾਊਂਡ ਵਿਖਾਉਂਦੇ ਨੇ, ਕਿਹੜੇ ਨਹੀਂ ਵਿਖਾਉਂਦੇ ਤੇ ਕਿਉਂ ਨਹੀਂ ਵਿਖਾਉਂਦੇ, ਉਹਨਾਂ ਦੇ ਇੰਟਰਮੀਡੀਏਟਸ ਵਗੈਰਾ ਕੀ ਬਣਦੇ ਨੇ, ਉਹਨਾਂ ਦਾ ਰਿਐਕਟਿਵਿਟੀ ਆਰਡਰ ਕੀ ਹੁੰਦਾ ਹੈ, ਉਹਨਾਂ ਦੀ ਸਟੀਰੀਓਕੈਮਿਸਟਰੀ ਕੀ ਆ, ਈਚ ਐਂਡ ਐਵਰੀਥਿੰਗ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਸੋ ਸਟਾਰਟ ਕਰਦੇ ਹਾਂ ਆਪਾਂ। ਦੇਖੋ ਬੱਚੇ, ਜਦੋਂ ਅਸੀਂ SN1 ਤੇ SN2 ਦੀ ਗੱਲ ਕਰਦੇ ਹਾਂ ਤਾਂ ਮਤਲਬ ਕੀ ਹੈ ਇਹਨਾਂ ਦਾ ਕਿ ਇਹ ਦੋਵੇਂ ਸਾਡੀਆਂ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਨੇ। ਕੀ ਨੇ? ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ। ਜਦੋਂ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਦੀ ਗੱਲ ਹੋਈ ਤਾਂ ਮੈਂ ਇੱਥੇ ਸਿੰਪਲੀ ਕਹੂੰਗੀ ਕਿ ਇਹ ਦੋ ਤਰ੍ਹਾਂ ਦੀਆਂ ਨੇ। ਇੱਕ ਤਾਂ ਹੋਗੀ SN1 ਤੇ ਇੱਕ ਹੋਗੀ SN2। ਵੈਸੇ ਤਾਂ ਬੜੀ ਤਰ੍ਹਾਂ ਦੀਆਂ ਨੇ ਅੱਗੋਂ ਵੀ, ਬਟ ਮੇਜਰਲੀ ਇਹ ਦੋ ਤਰ੍ਹਾਂ ਦੀਆਂ ਨੇ, SN1 ਤੇ SN2। ਜਦੋਂ ਮੈਂ SN1 ਦੀ ਗੱਲ ਕੀਤੀ ਤਾਂ ਮੈਂ ਉਹਨੂੰ ਕੀ ਕਹਿੰਦੀ ਆ, ਨਿਊਕਲੀਓਫਿਲਿਕ ਸਬਸਟੀਟਿਊਸ਼ਨ। 1 ਦਾ ਮਤਲਬ ਯੂਨੀਮੋਲੀਕਿਊਲਰ ਰਿਐਕਸ਼ਨ ਤੇ 2 ਦਾ ਮਤਲਬ ਕੀ ਹੈ ਇੱਥੇ, ਨਿਊਕਲੀਓਫਿਲਿਕ ਸਬਸਟੀਟਿਊਸ਼ਨ ਬਾਇਮੋਲੀਕਿਊਲਰ ਰਿਐਕਸ਼ਨ। ਰਾਈਟ, ਹੁਣ ਅਸੀਂ ਦੇਖਾਂਗੇ ਕਿ ਅਸੀਂ ਇਹਨਾਂ ਨੂੰ ਯੂਨੀਮੋਲੀਕਿਊਲਰ ਜਾਂ ਬਾਇਮੋਲੀਕਿਊਲਰ ਰਿਐਕਸ਼ਨਸ ਕਿਉਂ ਕਹਿੰਦੇ ਆ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰ ਰਹੇ ਹਾਂ SN1 ਨਿਊਕਲੀਓਫਿਲਿਕ ਸਬਸਟੀਟਿਊਸ਼ਨ ਯੂਨੀਮੋਲੀਕਿਊਲਰ ਰਿਐਕਸ਼ਨ। ਧਿਆਨ ਨਾਲ ਦੇਖਾਂਗੇ ਬੱਚੇ, ਇਹਦੇ ਵਿੱਚ ਮੈਂ ਮੇਨਲੀ ਕੀ ਕਰੂੰਗੀ, ਕੋਈ ਵੀ, ਕਿਉਂਕਿ ਹੁਣ ਜਿਹੜੀਆਂ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਨੇ ਨਾ, ਉਹ ਜ਼ਿਆਦਾਤਰ ਆਪਾਂ ਸ਼ੁਰੂ ਕਿੱਥੋਂ ਕਰਦੇ ਆ, ਅਲਕਾਈਲ ਹੈਲਾਈਡਸ ਤੋਂ। ਕਿਉਂ ਸ਼ੁਰੂ ਕਰਦੇ ਆ? ਕਿਉਂਕਿ ਹੈਲੋਜਨਸ ਬਹੁਤ ਵਧੀਆ ਲਿਵਿੰਗ ਗਰੁੱਪ ਨੇ। ਹੈਲੋਜਨਸ ਕੀ ਨੇ? ਬਹੁਤ ਵਧੀਆ ਲਿਵਿੰਗ ਗਰੁੱਪ ਨੇ। ਹੈਲੋਜਨ ਨੇ ਜਿਹੜੇ ਸਾਡੇ ਕੋਲ ਕਲੋਰੀਨ ਆ, ਬ੍ਰੋਮੀਨ ਆ, ਉਹ ਬਹੁਤ ਈਜ਼ੀਲੀ ਨਿਕਲ ਜਾਂਦੇ ਨੇ ਤੇ ਉਹਨਾਂ ਦੀ ਥਾਂ ਤੇ ਕੋਈ ਹੋਰ ਨਿਊਕਲੀਓਫਾਈਲ ਈਜ਼ੀਲੀ ਆ ਜਾਂਦਾ ਹੈ, ਮਤਲਬ ਉਹ ਬੈਟਰ ਲਿਵਿੰਗ ਗਰੁੱਪ ਨੇ। ਇਹਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਕਿ ਲਿਵਿੰਗ ਗਰੁੱਪ ਵੀ ਕੌਣ ਚੰਗਾ ਹੈ। ਤਾਂ ਧਿਆਨ ਨਾਲ ਦੇਖਾਂਗੇ। ਸਭ ਤੋਂ ਪਹਿਲਾਂ ਮੈਂ ਇੱਥੇ ਸਿੰਪਲੀ ਗੱਲ ਕਰੂੰਗੀ ਕਿ ਮੈਂ ਕੋਈ ਵੀ 3 ਡਿਗਰੀ ਕਾਰਬੋਕੈਟਾਈਨ ਲੈ ਲਿਆ। ਮੈਂ ਇਹਨੂੰ ਇਸ ਤਰ੍ਹਾਂ ਵੀ ਬਣਾ ਸਕਦੀ ਹਾਂ, ਮਤਲਬ ਇੱਥੇ 3 ਡਿਗਰੀ ਅਲਕਾਈਲ ਹੈਲਾਈਡ ਲੈ ਲਿਆ ਪਹਿਲਾਂ। ਹੁਣ ਮੈਨੂੰ ਪਤਾ ਹੈ ਕਿ ਕਲੋਰੀਨ ਮੇਰਾ ਇੱਕ ਬੈਟਰ ਲਿਵਿੰਗ ਗਰੁੱਪ ਆ। ਠੀਕ, ਸਭ ਤੋਂ ਪਹਿਲਾਂ SN2 ਦੇ ਵਿੱਚ 2 ਸਟੈਪਸ ਦੇ ਵਿੱਚ ਰਿਐਕਸ਼ਨ ਹੁੰਦੀ ਆ। ਸਟੈਪ 1 ਦੇ ਵਿੱਚ ਸਾਡੇ ਕੋਲ ਕੀ ਹੁੰਦਾ ਹੈ, ਇਹਨੂੰ ਅਸੀਂ ਕਹਿੰਦੇ ਆ ਰੇਟ ਡਿਟਰਮਿਨਿੰਗ ਸਟੈਪ। ਰੇਟ ਡਿਟਰਮਿਨਿੰਗ ਸਟੈਪ ਮਤਲਬ ਜਿਹੜਾ ਰੇਟ ਆਫ ਰਿਐਕਸ਼ਨ ਆ ਨਾ, ਉਹ ਇਹ ਵਾਲੇ ਸਟੈਪ ਦੇ ਉੱਤੇ ਡਿਪੈਂਡ ਕਰਦਾ ਹੈ, ਮਤਲਬ RDS ਕਹਿੰਦੇ ਆ ਅਸੀਂ ਇਹਨੂੰ। ਤੇ ਨਾਲ ਦੀ ਨਾਲ ਇਹ ਸਾਡਾ ਸਲੋ ਸਟੈਪ ਹੁੰਦਾ ਹੈ। ਸਲੋ ਕਿਉਂ ਆ? ਕਿਉਂਕਿ ਇਹਦੇ ਵਿੱਚ ਜਿਹੜਾ ਇਹ ਕਲੋਰੀਨ ਆ, ਇਹ ਜਿਹੜਾ ਇਹ ਲਿਵਿੰਗ ਗਰੁੱਪ ਆ, ਇਹਨੇ ਆਰਾਮ ਨਾਲ ਬਾਹਰ ਨਿਕਲਣਾ ਹੈ ਤੇ ਸਾਡੇ ਕੋਲ ਇੱਥੇ ਕਾਰਬੋਕੈਟਾਈਨ ਬਣਨਾ ਹੈ। ਹੁਣ ਆਪਾਂ ਨੂੰ ਪਤਾ ਹੈ ਬੱਚੇ, ਕਾਰਬੋਕੈਟਾਈਨ 3 ਡਿਗਰੀ ਹੀ ਬੈਟਰ ਹੁੰਦੇ ਆ। ਕਾਰਬੋਕੈਟਾਈਨ ਦਾ ਆਰਡਰ ਜਿਹੜਾ ਆਪਾਂ ਇੱਕ ਹੋਰ ਵੀਡੀਓ ਦੇ ਵਿੱਚ ਗੱਲ ਕੀਤੀ ਹੋਈ ਹੈ ਸਾਰੇ ਇੰਟਰਮੀਡੀਏਟਸ ਦੇ ਬਾਰੇ ਚ, ਉਹ ਤੁਸੀਂ ਦੇਖ ਸਕਦੇ ਆ ਇਸੇ ਚੈਨਲ ਦੇ ਉੱਤੇ। ਰਾਈਟ, ਉਹਦੇ ਵਿੱਚ ਅਸੀਂ ਪੜਿਆ ਸੀਗਾ ਕਿ ਕਾਰਬੋਕੈਟਾਈਨ 3 ਡਿਗਰੀ ਜ਼ਿਆਦਾ ਬੈਟਰ ਹੁੰਦੇ ਨੇ, ਦੈਨ 2 ਡਿਗਰੀ, ਦੈਨ 1 ਡਿਗਰੀ। ਤਾਂ ਮਤਲਬ 1 ਡਿਗਰੀ ਕਾਰਬੋਕੈਟਾਈਨ ਤਾਂ ਬਹੁਤ ਪੂਅਰ ਕਾਰਬੋਕੈਟਾਈਨ ਆ। ਤਾਂ ਪੂਅਰ ਕਾਰਬੋਕੈਟਾਈਨ ਦਾ ਮਤਲਬ ਹੋ ਗਿਆ ਉਹ ਤਾਂ ਨਹੀਂ ਬਣਨਾ ਚਾਹੂਗਾ। ਹੁਣ ਇੱਥੇ ਅਗਰ ਮੈਂ 1 ਡਿਗਰੀ ਲੈਂਦੀ ਅਲਕਾਈਲ ਹੈਲਾਈਡ ਤਾਂ ਮਤਲਬ ਉਹਦੇ ਵਿੱਚੋਂ ਤਾਂ ਜਿਹੜਾ ਮੇਰਾ ਹੈਲੋਜਨ ਉਹ ਟੁੱਟਣਾ ਹੀ ਨਹੀਂ ਸੀਗਾ। ਸੋ ਇਸ ਕਰਕੇ ਮੈਂ 3 ਡਿਗਰੀ ਚੂਜ਼ ਕੀਤਾ। ਰਾਈਟ, ਹੁਣ ਆਪਾਂ ਨੂੰ ਪਤਾ ਚੱਲ ਗਿਆ ਕਿ ਅਸੀਂ ਇੱਥੇ 3 ਡਿਗਰੀ ਕਿਉਂ ਲਿਆ, ਕਿਉਂਕਿ 1 ਡਿਗਰੀ ਦਾ ਕਾਰਬੋਕੈਟਾਈਨ ਸਟੇਬਲ ਨਹੀਂ ਹੁੰਦਾ। ਹੁਣ ਇੱਥੇ ਸਭ ਤੋਂ ਪਹਿਲਾਂ ਕੀ ਹੋ ਗਿਆ ਬੱਚੇ, ਮੇਰੇ ਕੋਲ ਇੱਕ ਕਾਰਬੋਕੈਟਾਈਨ ਬਣ ਗਿਆ। ਰਾਈਟ, ਜਦੋਂ ਉਹ ਕਾਰਬੋਕੈਟਾਈਨ ਬਣਿਆ ਤਾਂ ਮੇਰਾ ਜਿਹੜਾ ਕਲੋਰੀਨ ਨੈਗੇਟਿਵ ਆ ਉਹ ਇੱਥੋਂ ਬਾਹਰ ਚਲਾ ਗਿਆ। ਕਲੋਰੀਨ ਨੈਗੇਟਿਵ ਇਹਦੇ ਵਿੱਚ ਕੀ ਆ, ਲਿਵਿੰਗ ਗਰੁੱਪ ਆ। ਤੇ ਸਾਡੇ ਕੋਲ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਦੀ ਕੰਡੀਸ਼ਨ ਕੀ ਹੁੰਦੀ ਆ ਕਿ ਸਾਡੇ ਕੋਲ ਜਿਹੜੇ ਲਿਵਿੰਗ ਗਰੁੱਪਸ ਨੇ ਨਾ, ਉਹ ਗੁੱਡ ਲਿਵਿੰਗ ਗਰੁੱਪ ਹੋਣੇ ਚਾਹੀਦੇ ਨੇ। ਕਿਹੜੇ ਹੁੰਦੇ ਨੇ ਆਪਾਂ ਗੱਲ ਕਰਦੇ ਹਾਂ। ਸੋ ਦੇਖੋ, ਇਹ ਹੋ ਗਿਆ। ਹੁਣ ਦੂਜੇ ਸਟੈਪ ਦੇ ਵਿੱਚ ਕੀ ਕਰੂੰਗੀ, ਜਿਹਦੇ ਨਾਲ ਮੈਂ ਸਬਸਟੀਟਿਊਸ਼ਨ ਕਰਾਉਣੀ ਆ, ਮਤਲਬ ਨਿਊਕਲੀਓਫਾਈਲ। ਤਾਂ ਮੇਰਾ ਜਿਹੜਾ ਇੱਥੇ 3 ਡਿਗਰੀ ਕਾਰਬੋਕੈਟਾਈਨ ਆ, ਮੈਨੂੰ ਸਿੱਧਾ ਹੁਣ ਇੰਜ ਹੀ ਬਣਾ ਦੇਣੀ ਆ, ਅਸੀਂ ਬਣਾ ਸਕਦੇ ਹਾਂ। ਰਾਈਟ, ਸੋ ਇਹਦੇ ਉੱਤੇ ਜੇ ਮੈਂ ਨਿਊਕਲੀਓਫਾਈਲ ਦੀ ਅਟੈਕ ਕਰਾਵਾਂ ਤਾਂ ਮੈਂ ਸਿੰਪਲੀ ਇਦੋਂ ਅਟੈਕ ਕਰਾ ਕੇ, ਨਿਊਕਲੀਓਫਾਈਲ ਕੁਝ ਵੀ ਹੋ ਸਕਦਾ ਮੇਰਾ, ਮੰਨ ਲਓ ਜਿਵੇਂ OH ਨੈਗੇਟਿਵ ਗਰੁੱਪ ਆ, ਤਾਂ ਸਿੰਪਲੀ ਬੱਚੇ ਮੇਰੇ ਕੋਲ ਕੀ ਬਣ ਜਾਣਾ ਸੀ ਇੱਥੇ, ਇਸ ਤਰ੍ਹਾਂ ਮੰਨ ਲਓ ਮੇਰੇ ਕੋਲ 3 ਡਿਗਰੀ ਅਲਕੋਹਲ ਆ ਜਿਹੜੇ ਉਹ ਬਣ ਗਏ। ਰਾਈਟ, ਹੁਣ ਜੇ ਮੈਂ ਇਸ ਰਿਐਕਸ਼ਨ ਨੂੰ ਦੇਖਾਂ, SN1 ਨੂੰ ਦੇਖਾਂ, ਤਾਂ ਮੈਨੂੰ ਸਭ ਤੋਂ ਪਹਿਲਾਂ ਕੀ ਦੇਖਣਾ ਮੈਂ ਕਿ ਇਹਦਾ ਰੇਟ, ਮੈਂ ਇਹਨੂੰ SN1 ਕਹਿੰਦੀ ਕਿਉਂ ਆ। SN1 ਮੈਂ ਇਹਨੂੰ ਇਸ ਤਰ੍ਹਾਂ ਕਹਿ ਰਹੀ ਹਾਂ ਕਿਉਂਕਿ ਇਹਦਾ ਜਿਹੜਾ ਰੇਟ ਆ that is directly proportional to concentration of substrate only। substrate ਦਾ ਮਤਲਬ ਹੁੰਦਾ reactant, ਜਿਵੇਂ ਕਿ R is equal to K। K is rate constant। ਆਪਾਂ chemical kinetics ਦੇ ਵਿੱਚ ਗੱਲ ਕਰਦੇ ਹਾਂ ਇਹਦੇ ਬਾਰੇ ਚ। ਜੇ ਮੈਂ ਇਹਨੂੰ ਦੇਖਾਂਗੀ ਬੱਚੇ ਤਾਂ ਮੈਂ ਸਿੰਪਲੀ ਕੀ ਕਹੂੰਗੀ
ਕਿ that depends on rate of this। ਮੈਨੂੰ rate determining step ਕਿਹਾ ਨਾ, reactant ਸ਼ੁਰੂ ਚ ਕੀ ਲੈ ਕੇ ਚੱਲੇ ਅਸੀਂ, ਇੱਕ ਹੀ, ਤੇ ਉਹਦੇ ਉੱਤੇ ਇਹ ਡਿਪੈਂਡ ਕਰਦੀ ਆ। ਉਹ ਮੇਰਾ reactant ਕੀ ਆ, ਮੈਨੂੰ ਲਿਖ ਸਕਦੀ ਹਾਂ ਸਬਸਟ੍ਰੇਟ ਦੀ ਥਾਂ ਤੇ, ਇੱਥੇ ਮੇਰੇ ਕੋਲ ਆਇਆ, ਰਾਈਟ, ਇਹਦੇ ਉੱਤੇ ਡਿਪੈਂਡ ਕਰਦਾ ਹੈ। ਹੁਣ ਰੇਟ ਕਾਦੇ ਉੱਤੇ ਡਿਪੈਂਡ ਕਰਦਾ ਹੈ, ਇੱਕ ਸਬਸਟ੍ਰੇਟ ਦੇ ਉੱਤੇ। that means ਕਿ ਇਹ ਕੀ ਆ, ਯੂਨੀਮੋਲੀਕਿਊਲਰ, ਰਾਈਟ। ਦੂਜੀ ਚੀਜ਼ ਧਿਆਨ ਨਾਲ ਦੇਖਾਂਗੇ ਅਸੀਂ, ਇਹਦਾ ਰਿਐਕਟਿਵਿਟੀ ਦਾ ਆਰਡਰ ਕੀ ਆ, ਠੀਕ ਆ, ਕੌਣ ਜ਼ਿਆਦਾ ਫਾਸਟਲੀ ਰਿਐਕਸ਼ਨ ਦਿਖਾਉਣੀ ਆ। ਇਹਨਾਂ ਦਾ ਰਿਐਕਟਿਵਿਟੀ ਦਾ ਆਰਡਰ ਹੁੰਦਾ 3 ਡਿਗਰੀ ਸਭ ਤੋਂ ਬੈਟਰ, ਦੈਨ 2 ਡਿਗਰੀ, ਦੈਨ 1 ਡਿਗਰੀ। ਇਹ ਅਸੀਂ ਕਿਉਂ ਕਿਹਾ, ਕਿਉਂਕਿ ਜਿਹੜੇ ਸਾਡੇ ਕੋਲ 3 ਡਿਗਰੀ ਨੇ ਉਹ ਕਾਰਬੋਕੇਟਾਇਨ ਸਟੇਬਲ ਬਣਾਉਂਦੇ ਆ, ਤੇ SN1 ਰਿਐਕਸ਼ਨ ਦੇ ਵਿੱਚ ਇੱਥੇ ਮੈਂ ਕੀ ਦੇਖਿਆ, ਮੇਰੇ ਕੋਲ ਕੀ ਬਣਿਆ ਬੱਚਾ, ਇੰਟਰਮੀਡੀਏਟ ਬਣਿਆ। ਤੇ ਇੰਟਰਮੀਡੀਏਟ ਕੀ ਹੁੰਦਾ ਹੈ ਸਾਡੇ ਕੋਲ, ਇੰਟਰਮੀਡੀਏਟ ਹੁੰਦਾ ਆ ਜਦੋਂ ਕਾਰਬਨ 3 ਬੌਂਡ ਬਣਾਉਂਦਾ ਹੈ, ਮਤਲਬ ਟਰਾਈ ਕੋਆਰਡੀਨੇਟ। ਤੇ ਇੰਟਰਮੀਡੀਏਟ ਕਿਹੜਾ ਬਣਿਆ ਮੇਰੇ ਕੋਲ, ਇੰਟਰਮੀਡੀਏਟ ਬਣਿਆ ਬੱਚੇ ਮੇਰੇ ਕੋਲ ਇੱਥੇ ਕਾਰਬੋਕੇਟਾਇਨ। ਕਿਹੜਾ ਬਣਿਆ ਬੱਚਾ, ਕਾਰਬੋਕੇਟਾਇਨ। ਹੁਣ ਸਾਨੂੰ ਹੋਰ ਕੀ ਪਤਾ ਹੋਣਾ ਚਾਹੀਦਾ ਹੈ ਕਿ ਕਾਰਬੋਕੇਟਾਇਨ ਦੇ ਵਿੱਚ ਕਾਰਬਨ ਦੀ ਹਾਈਬ੍ਰਿਡਾਈਜੇਸ਼ਨ ਕੀ ਹੁੰਦੀ ਆ, ਜਰਨਲੀ ਇੱਥੇ ਕੀ ਆ, sp2। SN1 ਰਿਐਕਸ਼ਨ ਦੇ ਵਿੱਚ ਇੰਟਰਮੀਡੀਏਟਸ ਬਣਦੇ ਆ, ਕਾਰਬੋਕੇਟਾਇਨ ਬਣਦਾ ਹੈ। ਕਾਰਬੋਕੇਟਾਇਨ 3 ਡਿਗਰੀ ਜ਼ਿਆਦਾ ਸਟੇਬਲ ਹੁੰਦਾ ਹੈ, ਇਸ ਲਈ ਅਸੀਂ ਕਹਿੰਦੇ ਆ ਕਿ 3 ਡਿਗਰੀ ਅਲਕਾਈਲ ਹੈਲਾਈਡ SN1 ਰਿਐਕਸ਼ਨਸ ਨੂੰ ਬੈਟਰ ਦਿਖਾਉਂਦੇ ਨੇ, ਰਾਈਟ। ਡਨ। ਹੁਣ ਮੈਂ ਗੱਲ ਕਰ ਲਈ, ਫਿਰ ਜਦੋਂ ਮੈਂ ਇਹਦੀ ਮਤਲਬ ਡਾਇਗਰਾਮ ਦੀ ਗੱਲ ਕਰਾਂ, એનર્ਜੀ ਲੈਵਲ ਡਾਇਗਰਾਮ ਦੀ ਗੱਲ ਕਰਾਂ, ਤਾਂ ਸਭ ਤੋਂ ਪਹਿਲਾਂ ਮੇਰੇ ਕੋਲ ਕੀ ਸੀਗਾ, ਇੱਕ ਸਬਸਟ੍ਰੇਟ ਸੀ। ਕੀ ਸੀ ਬੱਚੇ ਮੇਰੇ ਕੋਲ, ਇੱਕ ਸਬਸਟ੍ਰੇਟ ਸੀ ਜਿਹੜਾ ਕਿ ਸਟੇਬਲ ਸੀ। ਜਨਰਲੀ ਅਲਕਾਈਲ ਹੈਲਾਈਡਸ ਕੀ ਸੀ, ਸਟੇਬਲ ਨੇ, ਤਾਂ ਮਤਲਬ એનર્ਜੀ ਬਹੁਤ ਘੱਟ ਆ। ਫਿਰ ਮੈਂ ਉਹਦਾ ਆਹ ਵਾਲਾ ਬੌਂਡ ਤੋੜਨ ਦੀ ਕੋਸ਼ਿਸ਼ ਕੀਤੀ, ਜਿਹੜਾ ਮੇਰਾ ਰੇਟ ਡਿਟਰਮਿਨਿੰਗ ਸਟੈਪ ਸੀ, ਸਲੋ ਸਟੈਪ ਸੀ, ਉਹਦੇ ਵਿੱਚ ਉਹ ਵਾਲਾ ਬੌਂਡ ਟੁੱਟਿਆ ਤਾਂ એનર્ਜੀ ਇੱਕ ਵਾਰੀ ਬਹੁਤ ਜ਼ਿਆਦਾ ਵਧੀ, ਕਿਉਂਕਿ ਬੌਂਡ ਤੋੜਨ ਦੇ ਲਈ એનર્ਜੀ ਇੰਕਰੀਜ਼ ਹੋਊਗੀ। ਤੇ ਇਥੋਂ ਬੌਂਡ ਹੌਲੀ ਹੌਲੀ ਉਹ ਵਾਲਾ ਬੌਂਡ ਟੁੱਟ ਗਿਆ, ਮੇਰੇ ਕੋਲ ਕੀ ਬਣ ਗਿਆ, ਕਾਰਬੋਕੇਟਾਇਨ ਬਣ ਗਿਆ। ਕਾਰਬੋਕੇਟਾਇਨ ਵੀ ਜਨਰਲੀ ਮੇਰੇ ਕੋਲ ਇੱਕ ਸਟੇਬਲ ਚੀਜ਼ ਆ, ਤਾਂ એનર્ਜੀ ਮੇਰੀ ਆਟੋਮੈਟਿਕਲੀ ਘੱਟ ਆ ਗਈ। ਫਿਰ ਉਸ ਕਾਰਬੋਕੇਟਾਇਨ ਜੋ ਆਲਰੇਡੀ ਸਟੇਬਲ ਚੀਜ਼ ਆ, ਉਹਦੇ ਉੱਤੇ ਮੈਂ ਕਿਸੇ ਨਿਊਕਲੀਓਫਾਈਲ ਦਾ ਅਟੈਕ ਕਰਾ ਰਹੀ ਹਾਂ। ਤਾਂ ਜਦੋਂ ਮੈਂ ਨਿਊਕਲੀਓਫਾਈਲ ਦਾ ਅਟੈਕ ਕਰਾਉਂਗੀ, ਉਹ ਅਟੈਕ ਕਰਦੇ ਟਾਈਮ ਸਾਡੇ ਕੋਲ એનર્ਜੀ ਫਿਰ ਵਧਾਉਣੀ ਪਊਗੀ, ਮਤਲਬ એનર્ਜੀ ਲਵਾਂਗੇ, એનર્ਜੀ ਇੰਕਰੀਜ਼ ਹੋਊਗੀ, ਤਾਂ ਐਟ ਦਾ ਐਂਡ ਸਾਡੇ ਕੋਲ ਇੱਕ ਪ੍ਰੋਡਕਟ ਬਣ ਜਾਊਗਾ। ਕਿਉਂਕਿ ਹੈਲੋਜਨਸ ਬੈਟਰ ਲੀਵਿੰਗ ਗਰੁੱਪ ਨੇ, ਇੱਥੇ ਅਸੀਂ OH ਲਾਇਆ, ਕੋਈ ਨਿਊਕਲੀਓਫਾਈਲ ਲਾਇਆ ਜਿਹੜਾ ਉਹਨੂੰ ਰਿਪਲੇਸ ਕਰ ਸਕਦਾ ਹੈ, ਤੇ ਮੈਂ ਇੱਥੇ ਕਹੂੰਗੀ ਸਭ ਤੋਂ ਜ਼ਿਆਦਾ ਲੋਅਰ એનર્ਜੀ ਕਿਹਦੀ ਆ, ਇਹਨਾਂ ਦੀ, ਤੇ ਸਭ ਤੋਂ ਜ਼ਿਆਦਾ ਹਾਇਰ એનર્ਜੀ ਕਿਹਦੀ ਹੁੰਦੀ ਹੈ ਮੇਰੇ ਕੋਲ, ਜਦੋਂ ਇੱਥੋਂ ਬੌਂਡ ਟੁੱਟਣਾ, ਜਿਹੜਾ ਰੇਟ ਡਿਟਰਮਿਨਿੰਗ ਸਟੈਪ ਆ ਨਾ, ਉਹਦੀ એનર્ਜੀ ਸਭ ਤੋਂ ਜ਼ਿਆਦਾ ਹੈ, ਠੀਕ ਆ। ਇਹਦੀ ਕੀ ਹੋਗੀ ਬੱਚੇ ਮੇਰੇ ਕੋਲ, ਹਾਈ એનર્ਜੀ। ਵੈਰੀ ਸਿੰਪਲ ਥਿੰਗ। ਸੋ ਸਾਨੂੰ ਪਤਾ ਚੱਲ ਗਿਆ ਕਿ ਇਹ ਕਿਸ ਤਰ੍ਹਾਂ ਇਹਦੇ ਚ ਇੰਟਰਮੀਡੀਏਟ ਬਣਦਾ ਹੈ, 2 ਸਟੈਪਸ ਦੇ ਵਿੱਚ ਰਿਐਕਸ਼ਨ ਹੁੰਦੀ ਆ, ਰੇਟ ਸਿਰਫ ਇਹਦੇ ਤੇ ਡਿਪੈਂਡ ਕਰਦਾ ਹੈ, ਤੇ ਅਸੀਂ ਇਹਨੂੰ ਕੀ ਕਹਿ ਦਿੰਦੇ ਆ, ਸਿੰਪਲੀ SN1 ਰਿਐਕਸ਼ਨ। ਹੁਣ ਇਹ ਜਿਹੜੀਆਂ ਰਿਐਕਸ਼ਨਸ ਹੁੰਦੀਆਂ ਨੇ, ਇਹਨਾਂ ਦੇ ਵਿੱਚ ਮੇਨਲੀ ਬੱਚੇ ਅਸੀਂ ਸੋਲਵੈਂਟ ਯੂਜ਼ ਕਰਦੇ ਆ, ਠੀਕ ਆ। ਇਹਨਾਂ ਨੂੰ ਫੈਕਟਰ ਕਿਹੜੇ ਕਿਹੜੇ ਇਫੈਕਟ ਕਰਦੇ ਆ, ਇੱਕ ਤਾਂ ਆਰਡਰ ਕਿਹੜਾ ਲੈਣਾ ਹੈ, ਫਿਰ ਅਸੀਂ ਇਹਨਾਂ ਦੇ ਵਿੱਚ ਕੋਈ ਨਾ ਕੋਈ ਕੀ ਯੂਜ਼ ਕਰਦੇ ਆ ਬੱਚਾ, ਅਸੀਂ ਇਹਨਾਂ ਦੇ ਵਿੱਚ ਕੋਈ ਨਾ ਕੋਈ ਸੋਲਵੈਂਟ ਯੂਜ਼ ਕਰਦੇ ਆ। ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ SN1 ਰਿਐਕਸ਼ਨ ਆ ਨਾ, ਉਹਦੇ ਵਿੱਚ ਜਿਹੜੇ ਸਾਡੇ ਕੋਲ, ਇਹ ਅਸੀਂ ਪੁਆਇੰਟ ਯਾਦ ਰੱਖਾਂਗੇ, ਫੈਕਟਰਸ ਯਾਦ ਰੱਖਾਂਗੇ, ਕਿ ਜਿਹੜੇ ਸਾਡੇ ਕੋਲ ਪੋਲਰ ਪੀਰੀਓਡਿਕ ਸੋਲਵੈਂਟਸ ਹੁੰਦੇ ਨੇ, ਪੋਲਰ ਪੀਰੀਓਡਿਕ ਸੋਲਵੈਂਟਸ ਹੁੰਦੇ ਨੇ, ਉਹ SN1 ਰਿਐਕਸ਼ਨ ਨੂੰ ਫੇਵਰ ਕਰਦੇ ਨੇ। ਪੋਲਰ ਪੀਰੀਓਡਿਕ ਸੋਲਵੈਂਟ ਮਤਲਬ ਇਦਾਂ ਦੇ ਸੋਲਵੈਂਟ ਜਿਨ੍ਹਾਂ ਕੋਲੇ H ਪੋਜ਼ਿਟਿਵ ਆਇਨ ਹੁੰਦਾ ਹੈ, ਜਿਵੇਂ ਕਿ ਮੈਂ ਇੱਥੇ ਲਿਖਦਾ ਅਲਕੋਹਲ, ਕੋਈ ਵੀ ਅਲਕੋਹਲ, MeOH, ਮਿਥੇਨੋਲ ਲੈ ਲਿਆ, ਇਹ ਕੀ ਈਜ਼ਲੀ ਐਸਿਡਿਕ ਨੇਚਰ ਦੇ ਵਿੱਚ ਆਪਦਾ H ਪੋਜ਼ਿਟਿਵ ਦੇ ਦਿੰਦੇ ਆ, ਵਾਟਰ। ਇਹ ਕੀ ਨੇ, ਪੋਲਰ ਪੀਰੀਓਡਿਕ ਸੋਲਵੈਂਟ। ਪੋਲਰ ਪੀਰੀਓਡਿਕ ਸੋਲਵੈਂਟ ਹੀ SN1 ਰਿਐਕਸ਼ਨ ਦਿਖਾਉਂਦੇ ਨੇ। ਸਭ ਤੋਂ ਪਹਿਲਾਂ ਸਾਨੂੰ ਇਹਦੇ ਬਾਰੇ ਚ ਇਹ ਵਾਲੀ ਗੱਲ ਆ ਜਿਹੜੀ ਉਹ ਕਲੀਅਰਲੀ ਪਤਾ ਹੈ। ਦੂਜੀ ਚੀਜ਼ ਸਾਨੂੰ ਕੀ ਪਤਾ ਹੋਣਾ ਚਾਹੀਦਾ ਹੈ ਕਿ SN1 ਰਿਐਕਸ਼ਨਸ ਨੂੰ ਕਿਹੜੇ ਨਿਊਕਲੀਓਫਾਈਲ ਹੈ ਜਿਹੜੇ ਉਹ ਕੀ ਕਰਦੇ ਨੇ, ਫੇਵਰ ਕਰਦੇ ਨੇ। ਤਾਂ ਦੂਜੀ ਚੀਜ਼ ਸਾਨੂੰ ਕੀ ਪਤਾ ਹੋਣੀ ਚਾਹੀਦੀ ਆ ਕਿ ਜਿਹੜੇ ਸਾਡੇ ਕੋਲ ਵੀਕ ਨਿਊਕਲੀਓਫਾਈਲਸ ਹੁੰਦੇ ਨੇ ਨਾ, ਵੀਕ ਨਿਊਕਲੀਓਫਾਈਲਸ ਨੇ ਜਿਹੜੇ, ਉਹ ਫੇਵਰ ਕਰਦੇ ਨੇ ਬੱਚੇ ਕਿਹਨੂੰ, SN1 ਰਿਐਕਸ਼ਨ ਨੂੰ। SN1 ਰਿਐਕਸ਼ਨ ਨੂੰ ਕੌਣ ਫੇਵਰ ਕਰਦੇ ਨੇ, ਵੀਕ ਨਿਊਕਲੀਓਫਾਈਲ। ਹੁਣ ਦੇਖੋ ਵੀਕ ਤੇ ਸਟਰੋਂਗ ਨਿਊਕਲੀਓਫਾਈਲ ਚ ਫਰਕ ਕੀ ਹੁੰਦਾ ਹੈ। ਜਿਵੇਂ ਮੇਰੇ ਕੋਲ ਵਾਟਰ ਆ, ਰਾਈਟ, ਧਿਆਨ ਨਾਲ ਦੇਖੋ, ਮੈਂ ਇੱਥੇ ਲਿਖ ਰਹੀ ਹਾਂ, ਮੰਨ ਲਓ ਮੇਰੇ ਕੋਲ ਵਾਟਰ ਆ, ਮੈਂ ਇਸੇ ਵਾਟਰ ਨੂੰ OH ਨੈਗੇਟਿਵ ਲਿਖਦਾ। ਮੇਰੇ ਕੋਲ ਅਲਕੋਹਲ ਆ, ਮੈਂ ਇਸੇ ਅਲਕੋਹਲ ਨੂੰ ਅਲਕੋਹਲ ਲਿਖਿਆ RO ਨੈਗੇਟਿਵ ਲਿਖਦਾ। ਇੱਥੇ ਨਿਊਕਲੀਓਫਾਈਲ ਬਿਲਕੁਲ ਜਨਰੇਟ ਹੋਇਆ ਪਿਆ, ਮਤਲਬ ਉਹਦੇ ਉੱਤੇ ਨੈਗੇਟਿਵ ਚਾਰਜ ਹੈਗਾ, ਉਹ ਅਟੈਕ ਕਰਨ ਦੇ ਲਈ ਬਿਲਕੁਲ ਤਿਆਰ। ਇਹਨਾਂ ਨੂੰ ਅਸੀਂ ਕਹਿ ਦਿੰਦੇ ਆ ਸਟਰੋਂਗ ਨਿਊਕਲੀਓਫਾਈਲਸ ਨੇ। ਇਹ ਕੀ ਨੇ, ਸਟਰੋਂਗ ਨਿਊਕਲੀਓਫਾਈਲ। ਤੇ ਆਪਾਂ ਇਹ ਵਾਲਾ ਪੁਆਇੰਟ ਇੱਥੇ ਹੀ ਐਡ ਕਰ ਰਹੇ ਹਾਂ ਕਿ ਇਹ SN2 ਰਿਐਕਸ਼ਨਸ ਦਿਖਾਉਂਦੇ ਆ ਬੈਟਰ। ਕੀ ਦਿਖਾਉਂਦੇ ਨੇ ਬੱਚੇ, SN2 ਨੂੰ ਬੈਟਰ ਦਿਖਾਉਂਦੇ ਨੇ। ਕਿਉਂ ਦਿਖਾਉਂਦੇ ਨੇ, ਸਾਨੂੰ ਪਤਾ ਲੱਗ ਜਾਊਗਾ।
ਜਿਹੜੇ ਇਹ ਨੇ ਇਹ ਸਾਡੇ ਵੀਕ ਨਿਊਕਲੀਓਫਾਈਲਸ ਹੁੰਦੇ ਨੇ। ਵੀਕ ਮਤਲਬ ਇਹ ਨਿਊਟਰਲ ਨੇ, ਇਹਨਾਂ ਦੇ ਵਿੱਚੋਂ ਪਹਿਲਾਂ ਨੈਗੇਟਿਵ ਚਾਰਜ ਕੱਢਣਾ ਪਊਗਾ ਫਿਰ ਯੂਜ਼ ਕਰਨਾ ਪਊਗਾ। ਹੁਣ ਗੱਲ ਇਹ ਆ ਕਿ ਇਹ ਵੀਕ ਨਿਊਕਲੀਓਫਾਈਲਸ ਨੇ ਤੇ ਇਹ ਕੀ ਦਿਖਾਉਂਦੇ ਨੇ SN1। ਸਾਨੂੰ ਇਹਨਾਂ ਦੀ ਲੋੜ ਕਿਉਂ ਆ? SN1 ਵੀਕ ਦੀ ਕਿਉਂ ਲੋੜ ਆ? ਕਿਉਂਕਿ SN1 ਦੇ ਵਿੱਚ ਨਾ ਸਾਨੂੰ ਕਾਰਬੋਕੈਟਾਇਨ ਪਹਿਲੇ ਸਟੈਪ ਦੇ ਵਿੱਚ ਹੀ ਬਣਿਆ ਬਣਾਇਆ ਮਿਲਦਾ ਹੈ। ਬਸ ਅਸੀਂ ਉਸੇ ਕਾਰਬੋਕੈਟਾਇਨ ਦੇ ਉੱਤੇ ਨਿਊਕਲੀਓਫਾਈਲ ਦਾ ਅਟੈਕ ਕਰਾਉਣਾ ਹੁੰਦਾ ਹੈ ਤਾਂ ਸਾਡੇ ਕੋਲ ਇਹ ਰਿਐਕਸ਼ਨ ਹੋ ਜਾਂਦੀ ਆ। ਸੋ ਸਿੰਪਲੀ ਇਹਦੇ ਵਿੱਚ ਜਿਹੜਾ ਆ ਸਾਡੇ ਕੋਲ ਉਹ ਵੀਕ ਨਿਊਕਲੀਓਫਾਈਲਸ ਨੇ ਜਿਹੜੇ ਉਹ ਸਾਡੇ ਕੋਲ ਕੰਮ ਕਰਦੇ ਨੇ। ਅਸੀਂ ਵੀਕ ਨਿਊਕਲੀਓਫਾਈਲਸ ਹੀ ਇਹਦੇ ਵਿੱਚ ਜਿਹੜੇ ਨੇ ਉਹ ਵੇਖਦੇ ਆ। ਵੈਰੀ ਸਿੰਪਲ। ਹੁਣ ਲਾਸਟ ਐਂਡ ਮੋਸਟ ਇੰਪੋਰਟੈਂਟ ਪੁਆਇੰਟ ਕੀ ਹੁੰਦਾ ਹੈ? ਸਟੀਰੀਓਕੈਮਿਸਟਰੀ। ਬੱਚੇ ਅਸੀਂ ਇੱਕ ਪੁਆਇੰਟ ਯਾਦ ਰੱਖਾਂਗੇ ਇੱਥੇ। ਪੁਆਇੰਟ ਕੀ ਕਹਿ ਰਿਹਾ ਹੈ? ਉਹ ਕਹਿ ਰਿਹਾ ਹੈ ਕਿ ਅਗਰ ਤੁਹਾਡੇ ਕੋਲ ਜਿਹੜਾ ਵੀ ਕੋਈ, ਹੁਣ ਦੇਖੋ ਪਲੇਨ ਤੇ ਪਿਆ, ਹੁਣ ਕਿਸੇ ਨੇ ਪਲੇਨ ਦੇ ਉੱਪਰੋਂ ਅਟੈਕ ਕਰਨਾ ਹੈ, ਕਿਸੇ ਨੇ ਪਲੇਨ ਦੇ ਮਗਰਲੇ ਬੰਨੋਂ ਅਟੈਕ ਕਰਨਾ। ਸਟੀਰੀਓਕੈਮਿਸਟਰੀ ਇਜ਼ ਦੈਟ ਨਾ ਕਿ ਅਬਵ ਦਾ ਪਲੇਨ, ਬਿਲੋ ਦਾ ਪਲੇਨ, ਕਿੱਥੋਂ ਅਟੈਕ ਹੋ ਰਿਹਾ ਹੈ। ਤਾਂ ਉਹ ਕਹਿੰਦੇ ਕਿ ਸਟੀਰੀਓਕੈਮਿਸਟਰੀ ਕੀ ਕਹਿੰਦੀ ਆ ਕਿ ਅਗਰ ਤੁਹਾਡੇ ਕੋਲ ਜਿਹੜਾ ਅਟੈਕ ਆ ਰਾਈਟ ਉਹ ਹੋ ਰਿਹਾ ਬੈਕ ਸਾਈਡ ਤੋਂ, ਬੈਕ ਸਾਈਡ ਆਫ ਲੀਵਿੰਗ ਗਰੁੱਪ, ਜਿੱਥੋਂ ਅਸੀਂ ਲੀਵਿੰਗ ਗਰੁੱਪ ਕੱਢਿਆ ਸੀ ਉਹਦੇ ਬਿਲਕੁਲ ਬੈਕ ਸਾਈਡ ਦੇ ਉੱਤੋਂ ਜੇ ਸਾਡਾ ਅਟੈਕ ਹੋ ਰਿਹਾ ਹੈ, ਦੈਟ ਮੀਨਸ ਉਹਦੇ ਲਈ ਅਸੀਂ ਕੀ ਟਰਮ ਯੂਜ਼ ਕਰਦੇ ਹਾਂ? ਇਨਵਰਜਨ। ਕੀ ਹੋ ਰਹੀ ਹੈ ਬੱਚੇ? ਇਨਵਰਜਨ ਆਫ ਕੰਫੀਗਰੇਸ਼ਨ। ਜਿਹੜੇ ਜਗ੍ਹਾ ਤੇ ਅਸੀਂ ਕੱਢਿਆ ਉਹਦੇ ਬਿਲਕੁਲ ਉਲਟੀ ਸਾਈਡ ਤੇ ਇਨਵਰਜਨ ਆਫ ਕੰਫੀਗਰੇਸ਼ਨ, ਜਾਂ ਫਿਰ ਅਸੀਂ ਉਹਨੂੰ ਕਹਿ ਦਿੰਨੇ ਆ ਵੈਲ ਡਨ ਇਨਵਰਜਨ। ਕੀ ਕਹਿੰਦੇ ਆ ਬੱਚਾ? ਵੈਲ ਡਨ ਇਨਵਰਜਨ। ਬਟ ਉਹ ਕਹਿੰਦੇ ਕਿ ਜੇ ਤੁਹਾਡਾ ਜਿਹੜਾ ਅਟੈਕ ਆ ਉਹ ਫਰੰਟ ਸਾਈਡ ਤੋਂ ਹੋ ਰਿਹਾ, ਜਿੱਥੋਂ ਨਿਊਕਲੀਓਫਾਈਲ ਲੀਵਿੰਗ ਗਰੁੱਪ ਨਿਕਲਿਆ ਉੱਥੇ ਆ ਕੇ ਹੀ ਨਿਊਕਲੀਓਫਾਈਲ ਹੋ ਰਿਹਾ, ਠੀਕ ਆ। ਅਟੈਕ ਜਿਹੜਾ ਆ ਸਾਡਾ that is front ਸਾਈਡ ਆਫ ਲੀਵਿੰਗ ਗਰੁੱਪ ਦੀ ਫਰੰਟ ਸਾਈਡ ਤੋਂ ਹੋ ਰਿਹਾ ਹੈ। ਫਰੰਟ ਸਾਈਡ ਆਫ ਲੀਵਿੰਗ ਗਰੁੱਪ ਦੀ ਫਰੰਟ ਸਾਈਡ ਤੋਂ ਹੋ ਰਿਹਾ ਬੱਚੇ, that is retention। ਅਸੀਂ ਉਹਦੇ ਲਈ ਕੀ ਟਰਮ ਯੂਜ਼ ਕਰਦੇ ਹਾਂ? ਰਿਟੈਂਸ਼ਨ ਟਰਮ ਯੂਜ਼ ਕਰਦੇ ਹਾਂ ਕਿ ਉਹ ਰਿਟੈਂਸ਼ਨ ਹੋ ਰਹੀ ਆ। ਹੁਣ ਜਿਹੜਾ ਮੇਰੇ ਕੋਲ SN1 ਰਿਐਕਸ਼ਨ ਆ ਉਹਦੇ ਵਿੱਚ ਜਦੋਂ ਮੇਰੇ ਕੋਲ ਬੱਚਾ ਆਹ ਵਾਲਾ ਕਾਰਬੋਕੈਟਾਇਨ ਬਣ ਕੇ ਆਇਆ ਨਾ, ਤਾਂ ਇਸ ਕਾਰਬੋਕੈਟਾਇਨ ਦੇ ਵਿੱਚ ਮੇਰੇ ਕੋਲ ਆਹ ਵਾਲਾ ਨਿਊਕਲੀਓਫਾਈਲ ਅਗਲੇ ਬੰਨਿਓ ਵੀ ਅਟੈਕ ਕਰ ਸਕਦਾ ਹੈ, ਖਾਲੀ ਆ ਬਿਲਕੁਲ। ਇਹ ਇੱਥੇ ਮੇਰੇ ਕੋਲ ਮਗਰਲੇ ਬੰਨਿਓ ਵੀ ਅਟੈਕ ਕਰ ਸਕਦਾ ਸੀ, ਕੋਈ ਪ੍ਰੋਬਲਮ ਨਹੀਂ ਆ। ਕਾਰਬਨ ਦੇ ਉੱਤੇ ਅਟੈਕ ਕਰਨਾ ਨਾ, ਕਾਰਬਨ ਖਾਲੀ ਆ, ਉਹਦੇ ਨਾਲ 3 ਬੌਂਡ ਤੋਂ ਬਿਨਾ ਇੱਥੇ ਕੋਈ ਬੌਂਡ ਨਹੀਂ ਬਣਿਆ ਹੋਇਆ, ਕੁਝ ਨਹੀਂ ਹੈਗਾ, ਬਿਲਕੁਲ ਖਾਲੀ ਆ। ਸੋ ਉਹ ਫਰੰਟ ਤੋਂ ਵੀ ਅਟੈਕ ਕਰ ਸਕਦਾ ਸੀ, ਉਹ ਬੈਕ ਤੋਂ ਵੀ ਅਟੈਕ ਕਰ ਸਕਦਾ ਸੀ। ਸੋ ਅਸੀਂ ਕੀ ਕਵਾਂਗੇ? ਅਸੀਂ ਕਵਾਂਗੇ ਕਿ SN1 ਰਿਐਕਸ਼ਨ ਦੇ ਵਿੱਚ ਜਿਹੜਾ ਅਟੈਕ ਆ that is possible from both sides। ਉਹ ਦੋ ਸਾਈਡਸ ਤੋਂ ਪੋਸੀਬਲ ਆ, ਦੋਨੋਂ ਸਾਈਡ ਤੋਂ ਪੋਸੀਬਲ ਆ, ਤਾਂ ਮਤਲਬ ਇਨਵਰਜਨ ਵੀ ਹੋ ਸਕਦਾ ਹੈ ਪਲੱਸ ਰਿਟੈਂਸ਼ਨ ਵੀ ਹੋ ਸਕਦਾ ਹੈ। ਤੇ ਜਿਹਦੇ ਵਿੱਚ ਦੋਵੇਂ ਚੀਜ਼ਾਂ ਹੋ ਸਕਦੀਆਂ ਹੁੰਦੀਆਂ ਨੇ ਉਹਨੂੰ ਅਸੀਂ ਕੀ ਕਹਿੰਦੇ ਆ ਬੱਚੇ? ਉਹਨੂੰ ਅਸੀਂ ਕਹਿੰਦੇ ਆ ਰੈਸਮਿਕ ਮਿਕਸਚਰ। ਕੀ ਕਹਿੰਦੇ ਆ? ਰੈਸਮਿਕ ਮਿਕਸਚਰ ਕਹਿੰਦੇ ਆ, ਜਿਹਦੇ ਵਿੱਚ ਇਨਵਰਜਨ ਐਂਡ ਰਿਟੈਂਸ਼ਨ ਦੋਵੇਂ ਹੋ ਸਕਦੇ ਆ। ਸੋ ਵਟ ਇਜ਼ ਦ ਸਟੀਰੀਓਕੈਮਿਸਟਰੀ ਆਫ SN1 ਰਿਐਕਸ਼ਨ? ਦ ਸਟੀਰੀਓਕੈਮਿਸਟਰੀ ਆਫ ਦ SN1 ਰਿਐਕਸ਼ਨ ਇਜ਼ ਰੈਸਮਿਕ ਮਿਕਸਚਰ। ਉਹਦੇ ਵਿੱਚ ਕੀ ਹੋ ਰਿਹਾ? ਰੈਸਮਿਕ ਮਿਕਸਚਰ ਹੋ ਰਿਹਾ। ਹੁਣ ਅਸੀਂ ਮੂਵ ਕਰ ਰਹੇ ਆ SN2 ਦੇ ਵੱਲ, ਠੀਕ ਆ। ਦੇਖੋ ਜੀ SN2 ਦੇ ਵਿੱਚ ਸਾਡੇ ਕੋਲ ਕੀ ਹੁੰਦਾ ਹੈ? ਅਸੀਂ ਕੋਈ ਵੀ 1 ਡਿਗਰੀ ਅਲਕਾਈਲ ਹੈਲਾਈਡ ਲੈਂਦੇ ਆ, ਉਹ ਸਾਡੇ ਲਈ ਬੈਟਰ ਕੰਮ ਕਰਦਾ ਹੈ। ਕਿਉਂ ਕਰਦਾ? ਅਸੀਂ ਦੇਖਦੇ ਆ। ਹੁਣ ਇਹਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਅਲਕਾਈਲ ਹੈਲਾਈਡ ਲੈ ਲਿਆ। ਹੁਣ ਤੁਹਾਨੂੰ ਪਤਾ ਹੈ ਕਿ 1 ਡਿਗਰੀ ਅਲਕਾਈਲ ਹੈਲਾਈਡ ਹੈ ਜਿਹੜਾ, ਇਹਦਾ ਕਾਰਬੋਕੈਟਾਇਨ ਤਾਂ ਬਣ ਹੀ ਨਹੀਂ ਸਕਦਾ, ਠੀਕ ਆ। ਤੇ ਨਾ ਹੀ ਆਹ ਵਾਲਾ ਕਲੋਰੀਨ ਈਜ਼ਲੀ ਟੁੱਟ ਸਕਦਾ ਹੈ, ਕਿਉਂਕਿ ਇਹ ਕਲੋਰੀਨ ਟੁੱਟਦਾ ਤੇ ਕਾਰਬੋਕੈਟਾਇਨ ਬਣਦਾ ਹੈ। 1 ਡਿਗਰੀ ਕਾਰਬੋਕੈਟਾਇਨ ਅਨਸਟੇਬਲ ਹੁੰਦਾ ਹੈ। ਹੁਣ ਇੱਥੇ ਕੀ ਹੋਊਗਾ? ਇੱਥੇ ਬਾਹਰੋਂ ਕੋਈ ਨਿਊਕਲੀਓਫਾਈਲ ਅਟੈਕ ਕਰੂਗਾ। ਨਿਊਕਲੀਓਫਾਈਲ ਸਾਡੇ ਕੋਲ ਕੁਝ ਵੀ ਹੋ ਸਕਦਾ, ਜਿਵੇਂ ਮੰਨ ਲਓ OH ਨੈਗੇਟਿਵ ਆਇਆ ਨਾ, ਉਹ ਕੀ ਕਰੂਗਾ? ਉਹ ਮਗਰਲੇ ਬੰਨਿਓ ਅਟੈਕ ਕਰੂਗਾ। ਜਦੋਂ ਉਹ ਮਗਰਲੇ ਬੰਨਿਓ ਅਟੈਕ ਕਰੂਗਾ, ਕਿਉਂਕਿ ਉਹਦੇ ਕੋਲ ਅਟੈਕ ਕਰਨ ਨੂੰ ਇੱਕ ਹੀ ਸਾਈਡ ਆ, ਉਹ ਮਗਰਲੇ ਬੰਨਿਓ ਬੱਚੇ ਇਦਾਂ ਅਟੈਕ ਕਰੂਗਾ ਤੇ ਇਹ ਸਾਡੇ ਕੋਲ ਕੀ ਬਣੂਗਾ? ਇੱਕ ਨਵਾਂ ਬੌਂਡ, ਨਿਊ ਬੌਂਡ ਬਣਨਾ ਸ਼ੁਰੂ ਹੋ ਜਾਊਗਾ, ਠੀਕ ਹੈ। ਇੱਥੇ ਤੁਸੀਂ ਨਿਊਕਲੀਓਫਾਈਲ ਮੈਂਸ਼ਨ ਕਰ ਸਕਦੇ ਆ ਜਾਂ ਤੁਸੀਂ OH ਮੈਂਸ਼ਨ ਕਰ ਸਕਦੇ ਆ, ਕੋਈ ਪ੍ਰੋਬਲਮ ਨਹੀਂ ਆ। ਤੇ ਜਿਹੜਾ ਪੁਰਾਣਾ ਬੌਂਡ ਆ ਉਹ ਜਿਹੜਾ ਆ ਉਹ ਬ੍ਰੇਕ ਹੋਣਾ ਸ਼ੁਰੂ ਹੋ ਜਾਊਗਾ। 올ਡ ਬੌਂਡ ਆ ਜਿਹੜਾ ਉਹ ਸਾਡੇ ਕੋਲ ਕੀ ਹੋ ਜਾਊਗਾ? ਬ੍ਰੇਕ ਹੋਣਾ ਸ਼ੁਰੂ ਹੋ ਜਾਊਗਾ। ਹੋ ਗਿਆ? ਵੈਰੀ ਸਿੰਪਲ। ਹੁਣ ਇਹਦੇ ਵਿੱਚ ਕੀ ਹੋਊਗਾ?
ਅਗਲੇ ਸਟੈਪ ਦੇ ਵਿੱਚ ਹੌਲੀ ਹੌਲੀ ਜਿਹੜਾ ਇਹ ਨਵਾਂ ਪੁਰਾਣਾ ਬੌਂਡ ਆ ਉਹ ਟੁੱਟ ਜਾਊਗਾ, ਮਤਲਬ ਕਲੋਰੀਨ ਨੈਗੇਟਿਵ ਜਿਹੜਾ ਮੇਰਾ ਲੀਵਿੰਗ ਗਰੁੱਪ ਸੀਗਾ ਉਹ ਤਾਂ ਅੱਛਾ ਲੀਵਿੰਗ ਗਰੁੱਪ ਆ, ਉਹਨੇ ਤਾਂ ਬਾਹਰ ਆ ਹੀ ਜਾਣਾ। ਹੁਣ ਸੋਚਣ ਵਾਲੀ ਗੱਲ ਇਹ ਹੀ ਹੈ ਨਾ ਕਿ ਕਲੋਰੀਨ ਤੇ OH ਦੇ ਵਿੱਚੋਂ ਕਲੋਰੀਨ ਹੀ ਕਿਉਂ ਬਾਹਰ ਗਿਆ, ਕਿਉਂਕਿ that is bitter ਲੀਵਿੰਗ ਗਰੁੱਪ। ਕਾਹਦੇ ਤੇ ਡਿਪੈਂਡ ਕਰਦਾ ਲੀਵਿੰਗ ਗਰੁੱਪ ਦੀ ਕੈਪੇਬਿਲਿਟੀ, ਵੀ ਵਿਲ ਡਿਸਕਸ ਐਟ ਐਂਡ ਆਫ ਦਿਸ ਸੈਸ਼ਨ। ਓਕੇ, ਸੋ ਦੇਖੋ ਇੱਥੋਂ ਇਹ ਨਿਕਲ ਗਿਆ ਤਾਂ ਸਾਡੇ ਕੋਲ ਕੀ ਬਣ ਗਿਆ, ਸਾਡੇ ਕੋਲ ਕਾਰਬਨ ਦੇ ਨਾਲ 1 2 3 ਹਾਈਡਰੋਜਨ ਤੇ ਨਾਲ ਦੀ ਨਾਲ ਜਿਹੜਾ OH ਜਿਹੜਾ ਕਿੱਧਰਲੇ ਬੰਨੇ ਲੱਗਾ ਹੈ, ਮਗਰਲੇ ਬੰਨੇ, ਰਾਈਟ। ਹੁਣ ਜਦੋਂ ਇਹ ਰਿਐਕਸ਼ਨ ਸੀ, ਇਹ ਰਿਐਕਸ਼ਨ ਇੱਕ ਹੀ ਸਟੈਪ ਦੇ ਵਿੱਚ ਹੋ ਜਾਂਦੀ ਆ। ਇਹਦੇ ਵਿੱਚ ਸ਼ੁਰੂ ਦੇ ਉੱਤੇ ਮੈਂ ਦੋ ਚੀਜ਼ਾਂ ਲੈ ਰਹੀ ਹਾਂ, ਮਤਲਬ ਜਿਹੜਾ ਇਹਦਾ ਰੇਟ ਆ that is depend on the concentration of substrate, ਜਿਹੜਾ ਮੇਰਾ ਸਬਸਟ੍ਰੇਟ ਆ ਪਲੱਸ concentration of nucleophile, ਦੋਵਾਂ ਦੇ ਉੱਤੇ ਡਿਪੈਂਡ ਕਰਦਾ ਹੈ। ਇਹਦਾ ਜਿਹੜਾ ਰੇਟ ਆ ਬੱਚਾ ਉਹ concentration of substrate ਜਾਂ ਨਿਊਕਲੀਓਫਾਈਲ ਦੋਵਾਂ ਦੇ ਉੱਤੇ ਡਿਪੈਂਡ ਕਰਦਾ ਹੈ, ਬਟ ਜਿਹੜਾ ਉਹਦਾ ਰੇਟ ਆ ਉਹ ਸਿਰਫ ਸਬਸਟ੍ਰੇਟ ਤੇ ਡਿਪੈਂਡ ਕਰਦਾ ਸੀ। ਤਾਂ ਕਰਕੇ ਕਈ ਵਾਰੀ SN1 ਦੇ ਵਿੱਚ ਉਹ ਪੁੱਛ ਲੈਂਦੇ ਆ ਕਿ ਅਗਰ ਨਿਊਕਲੀਓਫਾਈਲ ਦਾ ਰੇਟ ਡਬਲ, ਮਤਲਬ ਨਿਊਕਲੀਓਫਾਈਲ ਦੀ ਕਨਸੈਂਟ੍ਰੇਸ਼ਨ ਡਬਲ ਕਰ ਦਿੱਤੀ ਜਾਵੇ ਤਾਂ ਰੇਟ ਦੇ ਉੱਤੇ ਕੀ ਫਰਕ ਪਊਗਾ, ਕੋਈ ਨਹੀਂ ਪਊਗਾ। ਪਰ ਜੇ ਇੱਥੇ ਨਿਊਕਲੀਓਫਾਈਲ ਦੀ ਕਨਸੈਂਟ੍ਰੇਸ਼ਨ ਡਬਲ ਕਰਤੀ ਤਾਂ SN2 ਦਾ ਜਿਹੜਾ ਆ ਉਹ ਡਬਲ ਹੋ ਜਾਊਗਾ। ਕਿਉਂ? ਕਿਉਂਕਿ ਇੱਥੇ ਰੇਟ ਨਿਊਕਲੀਓਫਾਈਲ ਤੇ ਡਿਪੈਂਡ ਕਰਦਾ ਹੈ, SN1 ਦਾ ਰੇਟ ਨਿਊਕਲੀਓਫਾਈਲ ਤੇ ਡਿਪੈਂਡ ਨਹੀਂ ਕਰਦਾ ਹੈ, ਰਾਈਟ। ਵੈਰੀ ਸਿੰਪਲ। ਸੋ ਦੇਖੋ ਇਹ ਦੋ ਦੇ ਉੱਤੇ ਡਿਪੈਂਡ ਕਰਦਾ ਹੈ, ਸੋ ਇਸੇ ਕਰਕੇ ਅਸੀਂ ਇਹਨੂੰ ਕੀ ਕਹਿ ਦਿੰਦੇ ਆ, ਇਹ ਦੋ ਦੇ ਉੱਤੇ ਡਿਪੈਂਡ ਕਰਦਾ ਹੈ। ਇਸੇ ਕਰਕੇ ਅਸੀਂ ਇਹਦੇ ਲਈ ਕੀ ਟਰਮ ਯੂਜ਼ ਕਰ ਦਿੰਦੇ ਆ, ਅਸੀਂ ਇਹਨੂੰ ਸਿੰਪਲ ਲੈਂਗੁਏਜ ਕਹਿ ਦਿੰਦੇ ਆ ਬੱਚੇ ਬਾਇਮੋਲੀਕਿਊਲਰ। ਕੀ ਕਹਿ ਦਿੰਦੇ ਆ, ਬਾਇਮੋਲੀਕਿਊਲਰ। ਹੁਣ ਇਹਦੇ ਚ ਸੋਲਵੈਂਟ ਜਿਹੜਾ ਯੂਜ਼ ਹੁੰਦਾ ਹੈ, ਨਿਊਕਲੀਓਫਾਈਲ ਤਾਂ ਇਹਦੇ ਚ ਸਟਰੋਂਗ ਯੂਜ਼ ਹੁੰਦਾ ਹੈ, ਉਹ ਤਾਂ ਗੱਲ ਹੋ ਗਈ। ਹੁਣ ਸਟਰੋਂਗ ਕਿਉਂ ਹੁੰਦਾ ਹੈ, ਕਿਉਂਕਿ ਨਿਊਕਲੀਓਫਾਈਲ ਨੇ ਸਾਰੀ ਗੇਮ ਕਮਾਉਣੀ ਆ। ਹੁਣ ਇਹਦੇ ਵਿੱਚ ਕਾਰਬਨ ਨੇ ਇਸ ਜਗ੍ਹਾ ਦੇ ਉੱਤੇ ਕੀ ਕੀਤਾ ਬੱਚੇ, 5 ਬੌਂਡ ਬਣਾਏ। ਕਾਰਬਨ ਜਦੋਂ 5 ਬੌਂਡ ਬਣਾਉਂਦਾ ਹੈ ਤੇ ਅਸੀਂ ਉਹਨੂੰ ਕੀ ਕਹਿੰਦੇ ਆ, that is transition state। ਉਹ ਕੀ ਹੈ ਸਾਡੇ ਕੋਲ ਬੱਚੇ, transition state। ਤੇ transition state ਕੀ ਹੁੰਦੀ ਆ, ਉਹ ਪੈਂਟਾ ਕੋਆਰਡੀਨੇਟ ਹੁੰਦੀ ਆ। ਕੀ ਹੁੰਦੀ ਆ ਬੱਚੇ, ਪੈਂਟਾ ਕੋਆਰਡੀਨੇਟ ਹੁੰਦੀ ਆ। ਉਹਦੇ ਵਿੱਚ ਕਾਰਬਨ 5 ਬੌਂਡ ਬਣਾਉਂਦਾ ਹੈ। ਹੁਣ ਤੁਹਾਨੂੰ ਸਮਝ ਲੱਗ ਗਈ, ਕਾਰਬਨ ਦੇ ਲਈ 5 ਬੌਂਡ ਬਣਾਉਣਾ, ਪਰ ਚਾਹੇ ਥੋੜੇ ਟਾਈਮ ਦੇ ਲਈ ਹੀ ਬਣਾਉਣਾ ਹੈ, ਉਹਦੇ ਲਈ ਤਾਂ ਉਹ ਕੀ ਆ, ਵੈਸੇ ਹੀ ਔਕਾਤ ਤੋਂ ਬਾਹਰ ਚੀਜ਼ ਆ, ਪਰ ਇੱਥੇ ਉਹ ਬਣਾ ਰਿਹਾ ਹੈ। ਤੇ ਇੱਥੇ ਆਪਾਂ ਇੱਕ 3 ਡਿਗਰੀ ਕਾਰਬੋਕੇਟਾਇਨ ਲੈ ਲੈਂਦੇ, ਮਤਲਬ ਆਪਾਂ ਇੱਥੇ 3 ਡਿਗਰੀ ਲੈ ਲੈਂਦੇ, CH3 CH3 CH3, ਤਾਂ ਉੱਥੇ ਤਾਂ ਸਟੇਰਿਕ ਹਿੰਡਰੈਂਸ ਬਹੁਤ ਜ਼ਿਆਦਾ ਹੋ ਜਾਣੀ ਸੀ, ਬਹੁਤ ਜ਼ਿਆਦਾ ਰਿਪਲਸ਼ਨ ਕ੍ਰੀਏਟ ਕਰਨੀ ਸੀ, ਕਿਉਂਕਿ ਉਹ ਵੱਡੇ ਗਰੁੱਪ ਨੇ, ਉਹਨਾਂ ਨੇ ਬਹੁਤ ਰਿਪਲਸ਼ਨ ਕ੍ਰੀਏਟ ਕਰਨੀ ਸੀ, ਜਿਹਦੇ ਕਰਕੇ ਕੀ ਹੋ ਜਾਣਾ ਸੀ, ਇੱਥੇ ਸਟੇਰਿਕ ਹਿੰਡਰੈਂਸ ਕ੍ਰੀਏਟ ਹੋਣੀ ਸੀ। ਉਸ ਸਟੇਰਿਕ ਹਿੰਡਰੈਂਸ ਦੇ ਕਰਕੇ ਇਹ ਟ੍ਰਾਂਜੀਸ਼ਨ ਸਟੇਟ ਬਣ ਹੀ ਨਹੀਂ ਪਾਉਣੀ ਸੀ। ਸੋ SN2 ਦੇ ਵਿੱਚ ਅਸੀਂ ਕੀ ਪ੍ਰੈਫਰ ਕਰਦੇ ਹਾਂ ਕਿ ਅਸੀਂ 1 ਡਿਗਰੀ ਕਾਰਬੋਕੇਟਾਇਨ ਲਈਏ ਰੈਦਰ ਦੈਨ 3 ਡਿਗਰੀ। ਸੋ ਇਹਨਾਂ ਦਾ ਜਿਹੜਾ ਆਰਡਰ ਆ ਉਹ ਅਸੀਂ ਕੀ ਕਹਿ ਦਾਂਗੇ ਕਿ 1 ਡਿਗਰੀ ਬੈਟਰ ਦਿਖਾਉਂਦਾ ਹੈ, ਦੈਨ 2 ਡਿਗਰੀ, ਦੈਨ 3 ਡਿਗਰੀ। ਕਿਉਂ? ਡਿਊ ਟੂ ਸਟੇਰਿਕ ਹਿੰਡਰੈਂਸ। ਜਿਹੜੇ ਬਲਕੀ ਗਰੁੱਪ ਨੇ ਉਹਨਾਂ ਦੀ ਸਟੇਰਿਕ ਹਿੰਡਰੈਂਸ ਨਾ ਆ ਜਾਏ, ਇਸ ਲਈ ਅਸੀਂ 1 ਡਿਗਰੀ ਨੂੰ ਪ੍ਰੈਫਰ ਕਰਦੇ ਹਾਂ ਕਾਦੇ ਵਿੱਚ, SN2 ਰਿਐਕਸ਼ਨ ਦੇ ਵਿੱਚ। ਤੇ ਹੁਣ ਸਾਨੂੰ ਪਤਾ ਹੈ ਕਿ ਇਹਨਾਂ ਦੇ ਲਈ ਅਸੀਂ ਪੋਲਰ ਏਪਰੀਓਟਿਕ ਸੋਲਵੈਂਟ ਯੂਜ਼ ਕਰਦੇ ਹਾਂ। ਕਿਹੜੇ? ਪੋਲਰ ਏਪਰੀਓਟਿਕ ਸੋਲਵੈਂਟ। ਕਿਹੜੇ ਹੁੰਦੇ ਨੇ ਬੱਚੇ? ਸਾਡੇ ਕੋਲ DMF ਹੈ, ਠੀਕ ਹੈ, ਡਾਇਮੈਥਾਈਲ ਫਾਰਮਾਮਾਈਡ, DMSO, ਠੀਕ ਹੈ, CCl4, ਬੈਂਜ਼ੀਨ, ਜਿਨ੍ਹਾਂ ਦੇ ਕੋਲੇ ਵੀ ਜਿਹੜੇ ਮਤਲਬ ਨਾਨ ਪੋਲਰ ਟਾਈਪ ਦੇ ਹੁੰਦੇ ਨੇ, ਹਾਈਡਰੋਜਨ ਜਿਹੜਾ ਰਿਲੀਜ਼ ਨਹੀਂ ਕਰ ਪਾਉਂਦੇ, ਉਹ ਆ ਜਾਂਦੇ ਨੇ ਸਾਡੇ ਕੋਲ ਇਹਦੇ ਵਿੱਚ। ਵੈਰੀ ਸਿੰਪਲ, ਠੀਕ ਹੈ, ਵੈਰੀ ਸਿੰਪਲ। ਹੁਣ ਇਹਦੇ ਵਿੱਚ ਸਾਡੇ ਕੋਲ ਲਿਵਿੰਗ ਗਰੁੱਪ ਦੀ ਜੇ ਗੱਲ ਹੋ ਰਹੀ ਆ ਕਿ ਅੱਛਾ ਇਹਦੀ ਅਸੀਂ ਗੱਲ ਕਰ ਲਈ, ਬਿਲਕੁਲ। ਅੱਛਾ ਪਹਿਲਾਂ ਅਸੀਂ ਇੱਕ ਗੱਲ ਹੋਰ ਕਰ ਲੈਂਦੇ ਆ ਕਿ ਜੇ ਮੈਂ ਗੱਲ ਕਰਾਂ ਇਹਨਾਂ ਦੀ ਸਟੀਰੀਓਕੈਮਿਸਟਰੀ ਦੀ, ਸਟੀਰੀਓਕੈਮਿਸਟਰੀ ਸਾਨੂੰ ਕੀ ਕਹਿ ਰਹੀ ਆ ਕਿ ਇਹਦੇ ਚ ਅਟੈਕ ਸਿਰਫ ਬੈਕ ਸਾਈਡ ਤੋਂ ਹੀ ਹੋ ਸਕਦਾ ਹੈ, ਕਿਉਂਕਿ ਫਰੰਟ ਸਾਈਡ ਦੇ ਉੱਤੇ ਤਾਂ ਆਲਰੇਡੀ ਕਲੋਰੀਨ ਹੈਗਾ। ਸੋ ਅਸੀਂ ਇੱਥੇ ਕੀ ਕਵਾਂਗੇ ਕਿ ਇਹਦੀ ਜਿਹੜੀ ਸਾਡੇ ਕੋਲ ਸਟੀਰੀਓਕੈਮਿਸਟਰੀ ਆ ਬੱਚੇ, that is inversion of configuration। SN2 ਦੀ ਸਟੀਰੀਓਕੈਮਿਸਟਰੀ ਕੀ ਆ? ਇਨਵਰਜਨ ਆਫ configuration। ਮਤਲਬ ਸਿਰਫ ਅਟੈਕ ਕਿੱਥੋਂ ਹੋ ਸਕਦਾ ਹੈ? ਬੈਕ ਸਾਈਡ ਤੋਂ ਹੀ ਅਟੈਕ ਹੋ ਸਕਦਾ ਹੈ, ਫਰੰਟ ਸਾਈਡ ਤੋਂ ਅਟੈਕ ਹੋਣ ਦਾ ਕੋਈ ਵੀ ਮਤਲਬ ਇਹਦੇ ਵਿੱਚ ਨਹੀਂ ਹੈਗਾ, ਠੀਕ ਆ। ਅਟੈਕ ਸਿਰਫ ਬੈਕ ਸਾਈਡ ਤੋਂ ਹੋਗਾ। ਸੋ ਅਸੀਂ ਇਹਨੂੰ ਕਵਾਂਗੇ SN2, ਠੀਕ ਆ, ਡਨ। ਹੁਣ ਜੇ ਅਸੀਂ ਇਹਦੇ ਵਿੱਚ ਹੀ ਲਿਵਿੰਗ ਗਰੁੱਪ ਦੀ ਗੱਲ ਕਰੀਏ, ਚਾਹੇ ਉਹ SN1 ਆ ਚਾਹੇ SN2 ਆ, ਲਿਵਿੰਗ ਗਰੁੱਪ ਇਜ਼ ਲਿਵਿੰਗ ਗਰੁੱਪ। ਅਸੀਂ ਲਿਵਿੰਗ ਗਰੁੱਪ ਦੀ ਗੱਲ ਕਰੀਏ, ਲਿਵਿੰਗ ਗਰੁੱਪ ਕਾਦੇ ਉੱਤੇ ਡਿਪੈਂਡ ਕਰਦਾ ਹੁੰਦਾ ਬੱਚੇ? ਲਿਵਿੰਗ ਗਰੁੱਪ ਹੁੰਦਾ ਜਿੰਨਾ ਜ਼ਿਆਦਾ ਐਸਿਡਿਕ ਸਟਰੈਂਥ ਹੋਵੇ ਉਨਾ ਬੈਟਰ ਲਿਵਿੰਗ ਗਰੁੱਪ ਹੁੰਦਾ ਹੈ। ਕਿਸੇ ਵੀ ਕੰਪਾਊਂਡ ਦੀ ਐਸਿਡਿਕ ਸਟਰੈਂਥ ਜਿੰਨੀ ਜ਼ਿਆਦਾ ਹੋਵੇ ਉਹ ਉਨਾ ਜ਼ਿਆਦਾ ਬੈਟਰ ਲਿਵਿੰਗ ਗਰੁੱਪ ਹੁੰਦਾ ਹੈ।
ਠੀਕ ਆ। that means ਅਸੀਂ ਇੱਥੇ ਕਹਿ ਸਕਦੇ ਹਾਂ ਕਿ ਕੋਈ ਬੌਂਡ ਜਿੰਨਾ ਈਜ਼ੀਲੀ ਬ੍ਰੇਕ ਹੋ ਸਕੇ, ਆਪਾਂ ਨਾਰਮਲ ਲੈਂਗੁਏਜ ਗੱਲ ਕਰਾਂਗੇ ਤੇ ਕੀ ਕਵਾਂਗੇ, ਜਿਹੜਾ ਬੌਂਡ ਈਜ਼ੀਲੀ ਬ੍ਰੇਕ ਹੋ ਜਾਵੇ। ਹੁਣ ਮੰਨ ਲਓ ਮੇਰੇ ਕੋਲ ਫਲੋਰੀਨ ਆ, ਕਲੋਰੀਨ ਆ, ਬ੍ਰੋਮੀਨ ਆ ਤੇ ਆਇਓਡੀਨ ਆ, ਉਹਦੇ ਚ ਆਇਓਡੀਨ ਦਾ ਸਾਈਜ਼ ਬਹੁਤ ਵੱਡਾ ਹੈ ਕਾਰਬਨ ਦੇ ਕੰਪੈਰੀਜ਼ਨ, ਉਹ ਵਾਲਾ ਬੌਂਡ ਈਜ਼ੀ ਟੂ ਬ੍ਰੇਕ ਆ। that means ਚਾਹੇ ਕੋਈ ਵੀ ਹੋਵੇ, SN1 ਹੋਵੇ, SN2 ਹੋਵੇ, ਆਇਓਡੀਨ ਬੈਟਰ ਲੀਵਿੰਗ ਗਰੁੱਪ ਆ, then ਮੇਰਾ ਬ੍ਰੋਮੀਨ ਆ ਜਾਊਗਾ, ਆਫਟਰ ਦੈਟ ਬੱਚਾ ਕਲੋਰੀਨ ਆ ਜਾਊਗਾ ਤੇ ਸਭ ਤੋਂ ਪੂਅਰ ਇਹਦੇ ਵਿੱਚ ਕੌਣ ਆਊਗਾ, ਫਲੋਰੀਨ ਆਊਗਾ। ਸੋ ਆਇਓਡੀਨ ਆ ਜਿਹੜਾ ਮੇਰੇ ਕੋਲ, that is the bestest ਲੀਵਿੰਗ ਗਰੁੱਪ, ਕਿਉਂਕਿ ਇੱਥੇ ਜਿਹੜਾ ਬੌਂਡ ਆ ਉਹ ਈਜ਼ੀਲੀ ਬ੍ਰੇਕ ਹੋ ਜਾਂਦਾ ਹੈ। ਬੌਂਡ ਦੇ ਨਾਲ ਕੀ ਹੁੰਦਾ ਹੈ, that is easy to break, ਸੋ ਆਇਓਡੀਨ ਸਭ ਤੋਂ ਪਹਿਲਾਂ ਆ ਜਾਂਦਾ ਹੈ। ਵੈਰੀ ਸਿੰਪਲ। ਅੱਛਾ, ਹੁਣ ਜੇ ਅਸੀਂ ਇਹਨੂੰ ਦੇਖੀਏ ਤਾਂ ਸਾਡੇ ਕੋਲ ਇੱਥੇ ਇੱਕ ਚੀਜ਼ ਹੋਰ ਕੀ ਆ ਰਹੀ ਆ, ਚੀਜ਼ ਇੱਥੇ ਇਹ ਆ ਰਹੀ ਆ ਕਿ 1 ਡਿਗਰੀ 2 ਡਿਗਰੀ 3 ਡਿਗਰੀ ਦੀ ਤਾਂ ਅਸੀਂ ਗੱਲ ਕਰ ਲਈ ਕਿ ਉਹਦੇ ਤੋਂ ਬਿਨਾ ਕੋਈ ਹੋਰ ਵੀ ਹੁੰਦੇ ਨੇ ਜਿਹੜੇ SN1 ਐਂਡ SN2 ਦਿਖਾਉਣਗੇ। ਇੱਕ ਬੱਚੇ ਸਾਡੇ ਕੋਲ ਬ੍ਰਿਜ ਹੈਡ ਕੰਪਾਊਂਡ ਹੁੰਦੇ ਨੇ, ਜਿਵੇਂ ਕਿ ਮੈਂ ਆ ਲਿਖਾਂ। ਹੁਣ ਮੰਨ ਲਓ ਮੈਂ ਇੱਥੇ ਬ੍ਰੋਮੀਨ ਅਟੈਚ ਕਰ ਰਹੀ ਹਾਂ ਤੇ ਮੈਂ ਤੁਹਾਨੂੰ ਪੁੱਛ ਰਹੀ ਹਾਂ ਕਿ SN1 ਐਂਡ SN2 ਦਿਖਾਊਗਾ। ਨੋ ਬੱਚੇ, ਨੀਦਰ SN1 nor SN2। ਬ੍ਰਿਜ ਹੈਡ ਕੰਪਾਊਂਡਸ ਕਦੀ ਵੀ SN1 ਐਂਡ SN2 ਆ ਜਿਹੜਾ ਉਹ ਨਹੀਂ ਦਿਖਾ ਸਕਦੇ ਹੁੰਦੇ, ਠੀਕ ਆ। ਬ੍ਰਿਜ ਹੈਡ ਨੀਦਰ ਸ਼ੋ SN1 nor SN2, ਠੀਕ ਆ। ਹੁਣ ਇਸ ਤੋਂ ਇਲਾਵਾ ਸਾਡੇ ਕੋਲ ਕੀ ਹੁੰਦਾ ਹੈ ਹੋਰ, ਮਤਲਬ ਆਪਾਂ ਕਾਰਬੋਕੇਟਾਇਨਸ ਵਗੈਰਾ ਦੀਆਂ ਸਟੇਬਿਲਿਟੀ ਦੇ ਆਰਡਰ ਪੜ੍ਹੇ ਸੀਗੇ, ਹੈ ਨਾ। ਸੋ ਉਹਦੇ ਬੇਸਿਸ ਤੇ ਜੇ ਮੈਂ ਇੱਥੇ ਗੱਲ ਕਰਾਂ ਤਾਂ ਮੈਂ ਸਿੰਪਲੀ ਤੁਹਾਨੂੰ ਕੀ ਕਹਿ ਸਕਦੀ ਹਾਂ ਕਿ ਹੋਰ ਕੀ ਚੀਜ਼ਾਂ ਨੇ, ਮਤਲਬ ਜਿਹੜੇ ਗਰੁੱਪਸ ਨੇ ਜਿਹੜੇ ਇਹ ਵਾਲਾ ਦਿਖਾ ਸਕਦੇ ਆ। ਹੁਣ ਸਾਡੇ ਕੋਲ ਇੱਕ ਐਲਾਈਲਿਕ ਹੁੰਦੇ ਨੇ, ਕੌਣ ਹੁੰਦੇ ਨੇ ਬੱਚੇ, ਐਲਾਈਲਿਕ। ਐਲਾਈਲਿਕ ਕੀ ਹੁੰਦਾ ਹੈ, ਡਬਲ ਬੌਂਡ ਵਾਲੇ ਕਾਰਬਨ ਦੇ ਅਗਲਾ ਕਾਰਬਨ, ਆ ਡਬਲ ਬੌਂਡ ਵਾਲੇ ਦੋਵੇਂ ਕਾਰਬਨ ਨੇ, ਇਹਦੇ ਅਲਫਾ ਕਾਰਬਨ ਦੇ ਨਾਲ ਅਗਰ ਕੋਈ ਹੈਲੋਜਨ ਲੱਗਾ ਹੋਵੇ, ਇਹ ਹੁੰਦੇ ਨੇ ਐਲਾਈਲਿਕ। ਜਿਹੜੇ ਐਲਾਈਲਿਕ ਹੁੰਦੇ ਨੇ ਬੱਚੇ ਉਹ ਸਾਡੇ ਕੋਲ SN1 ਵੀ ਦਿਖਾ ਸਕਦੇ ਨੇ ਐਂਡ SN2 ਵੀ ਦਿਖਾ ਸਕਦੇ ਨੇ ਇਨ ਵੈਰੀ ਗ੍ਰੇਟ ਮੈਨਰ, ਠੀਕ ਆ, ਕੋਈ ਪ੍ਰੋਬਲਮ ਨਹੀਂ ਹੈਗੀ। ਫਿਰ ਸਾਡੇ ਕੋਲ ਇੱਕ ਹੁੰਦੇ ਨੇ ਬੈਂਜ਼ਾਈਲਿਕ, ਰਾਈਟ। ਇਹ ਕੌਣ ਹੁੰਦੇ ਨੇ, ਬੈਂਜ਼ਾਈਲਿਕ। ਬੈਂਜ਼ਾਈਲਿਕ ਕੀ ਨੇ, ਦਿਸ ਬੈਂਜ਼ੀਨ ਉੱਤੇ CH2 ਲੱਗਾ ਤੇ ਨਾਲ ਲੱਗਾ ਹੈਲੋਜਨ। ਇਹ ਸਾਨੂੰ SN1 ਵੀ ਬੈਟਰ ਦਿਖਾਉਂਦੇ ਨੇ ਬੱਚੇ, SN2 ਵੀ ਬੈਟਰ ਦਿਖਾਉਂਦੇ ਨੇ, ਠੀਕ ਆ। ਇਹ ਦੋਵੇਂ ਜਾਣੇ ਸਾਨੂੰ SN1 ਐਂਡ SN2 ਇਹ ਵਾਲੇ ਜਿਹੜੇ ਨੇ ਉਹਨਾਂ ਨੂੰ ਬਹੁਤ ਬੈਟਰਲੀ ਦਿਖਾਉਂਦੇ ਨੇ। ਹੁਣ ਇੱਥੇ ਇੱਕ ਬਹੁਤ ਵਧੀਆ ਐਗਜ਼ਾਮਪਲ ਆ, ਅਗਰ ਤੁਹਾਡੇ ਕੋਲ ਇੱਥੇ ਕੋਈ ਕਾਰਬਨਲ ਗਰੁੱਪ ਲੱਗਾ ਹੈ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ, ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ। ਅਗਰ ਇੱਥੇ ਤੁਹਾਡੇ ਕੋਲ ਕੋਈ ਵੀ ਕਾਰਬਨਲ ਗਰੁੱਪ ਲੱਗਾ ਹੈ, ਠੀਕ ਆ, ਦੇਖੋ ਧਿਆਨ ਨਾਲ, ਤੁਹਾਡੇ ਕੋਲ ਇੱਥੇ ਕੋਈ ਵੀ ਮੰਨ ਲਓ ਬੱਚਾ ਕਾਰਬਨਲ ਗਰੁੱਪ ਲੱਗਾ ਹੈ ਤਾਂ ਉਹ ਜਿਹੜੀ SN2 ਰਿਐਕਸ਼ਨ ਆ ਨਾ ਉਹਨੂੰ ਕੀ ਦਿਖਾਊਗਾ, ਐਕਸੀਲੈਂਟ। ਬਟ SN1 ਨਹੀਂ ਦਿਖਾਊਗਾ, ਯਾਦ ਰੱਖਾਂਗੇ। SN2 ਕੀ ਦਿਖਾਊਗਾ, ਐਕਸੀਲੈਂਟ, ਬਸ SN1 ਆ ਜਿਹੜਾ ਉਹ ਨਹੀਂ ਦਿਖਾਊਗਾ। ਹੁਣ ਤੁਹਾਡੇ ਲਈ ਇੱਥੇ ਇੱਕ ਹੋਮਵਰਕ ਕੁਐਸਚਨ ਆ। ਹੋਮਵਰਕ ਕੁਐਸਚਨ ਕੀ ਆ ਕਿ ਜੇ ਮੇਰੇ ਕੋਲ ਵਿਨਾਈਲਿਕ ਹੈਲਾਈਡਸ ਹੋਣ, ਕੌਣ ਹੋਣ ਬੱਚੇ, ਵਿਨਾਈਲਿਕ ਹੈਲਾਈਡਸ ਹੋਣ, ਜਾਂ ਫਿਰ ਮੇਰੇ ਕੋਲ ਕੋਈ ਵੀ ਐਰੋਮੈਟਿਕ ਹੈਲਾਈਡ ਹੋਵੇ, ਕੀ ਉਹ SN1 ਐਂਡ SN2 ਦਿਖਾਉਣਗੇ? ਜੇ ਦਿਖਾਉਣਗੇ ਤਾਂ ਕੀ ਬੈਟਰ ਦਿਖਾਉਣਗੇ, ਜੇ ਨਹੀਂ ਦਿਖਾਉਣਗੇ ਤਾਂ ਕਿਉਂ ਨਹੀਂ ਦਿਖਾਉਣਗੇ, ਠੀਕ ਹੈ। ਦਿਸ ਇਜ਼ ਦਾ ਹੋਮਵਰਕ ਕੁਐਸਚਨ। ਇਹ ਤੁਸੀਂ ਮੈਨੂੰ ਇੱਥੇ ਕਮੈਂਟ ਬਾਕਸ ਦੇ ਵਿੱਚ ਮੈਂਸ਼ਨ ਕਰਨਾ ਹੈ। ਤਾਂ ਇਸ ਤਰ੍ਹਾਂ ਤੁਸੀਂ ਹੋਰ ਕਿਹੜਾ ਟੌਪਿਕ ਆ ਜਿਹਨੂੰ ਕਾਫੀ ਡਿਟੇਲ ਚ ਵਧੀਆ ਤਰੀਕੇ ਨਾਲ ਪੜ੍ਹਨਾ ਚਾਹੁੰਦੇ ਆ, ਉਹ ਵੀ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਆ। ਤੇ ਆਪਣਾ ਲੈਕਚਰਰ ਕੇਡਰ ਦਾ ਬੈਚ ਚੱਲ ਰਿਹਾ, ਠੀਕ ਆ, ਤੁਸੀਂ ਉਹਦੇ ਲਈ ਅਗਰ ਇਨਰੋਲ ਕਰਨਾ ਹੋਵੇ ਤਾਂ ਦਿੱਤੇ ਹੋਏ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਕੀ ਕਰ ਸਕਦੇ ਆ ਬੱਚੇ, ਡੈਮੋ ਕਲਾਸਿਸ ਦੇਖ ਸਕਦੇ ਆ। YouTube ਤੇ ਵੀ ਬਹੁਤ ਸਾਰੀਆਂ ਡੈਮੋ ਕਲਾਸਿਸ ਦੇਖ ਸਕਦੇ ਆ ਤੇ ਫਿਰ ਤੁਸੀਂ ਚੂਜ਼ ਕਰ ਸਕਦੇ ਆ ਕਿ ਤੁਸੀਂ ਬੈਚ ਲੈਣਾ ਜਾਂ ਨਹੀਂ ਲੈਣਾ। ਐਂਡ ਆਪਣੀ ਪ੍ਰੈਪਰੇਸ਼ਨ ਨੂੰ ਵਧੀਆ ਤਰੀਕੇ ਨਾਲ ਰੱਖੋ ਬਿਕਾਜ਼ ਯੂਰ ਐਗਜ਼ਾਮ ਇਜ਼ ਅਪਰੋਚਿੰਗ ਐਂਡ ਗੁੱਡ ਲੱਕ। ਥੈਂਕ ਯੂ।